ਜਾਣਦੇ ਹੋ ਪ੍ਰੋਗਰਾਮ 'ਚ ਆਓ ਜਾਣਦੇ ਹਾਂ ਅੱਜ ਉਸ ਸ਼ਖਸੀਅਤ ਦੇ ਬਾਰੇ 'ਚ ਜਿਨ੍ਹਾਂ ਨੇ ਆਪਣੀ ਉਮਰ ਦੇ 14 ਸਾਲਾਂ ਦੀ ਅਣਥੱਕ ਮਿਹਨਤ ਨਾਲ ਪੰਜਾਬੀ ਭਾਸ਼ਾ ਨੂੰ ਸਮਝਣ ਤੇ ਸਮਝਾਉਣ ਲਈ ਮਹਾਨ ਕੋਸ਼ ਲਿਖ ਦਿੱਤਾ। ਦੁਨੀਆ ਨੂੰ ਆਪਣੀਆਂ ਲਿਖਤਾਂ ਰਾਹੀਂ ਮਹਾਨ ਸਿੱਖ ਹਮ ਹਿੰਦੂ ਨਹੀਂ ਦੱਸਣ ਵਾਲੇ ਗੁਰਮਤ ਸੁਦਾਕਰ, ਗੁਰਮਤ ਪ੍ਰਭਾਕਰ ਤੇ ਕਈ ਹੋਰ ਲਿਖਤਾਂ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ 23 ਨਵੰਬਰ 1938 ਨੂੰ ਦਿਲ ਦੀ ਧੜਕਣ ਰੁਕਣ ਕਾਰਨ ਇਸ ਦੁਨੀਆ ਨੂੰ ਭਾਵੇਂ ਅਲਵਿਦਾ ਆਖ ਗਏ ਪਰ ਆਪਣੀਆਂ ਲਿਖਤਾਂ ਰਾਹੀਂ ਹਮੇਸ਼ਾ ਲਈ ਅਮਰ ਹੋ ਗਏ। ਭਾਈ ਕਾਨ ਸਿੰਘ ਨਾਭਾ ਨੂੰ PNTV ਦੀ ਪੂਰੀ ਟੀਮ ਕਰਦੀ ਹੈ ਅੱਜ ਸ਼ਰਧਾਂਜਲੀ ਭੇਂਟ। ਭਾਈ ਕਾਨ ਸਿੰਘ ਨਾਭਾ ਜੀ ਦਾ ਜਨਮ 30 ਅਗਸਤ 1861 ਵਿੱਚ ਪਿੰਡ ਸਬਜ ਬਨੇਰਾ, ਕਈ ਥਾਈਂ ਇਸ ਦਾ ਜ਼ਿਕਰ ਬਨੇਰਾ ਖੁਰਦ ਆਉਂਦਾ ਹੈ, ਨਾਭੇ ਦੇ ਨੇੜੇ ਪਟਿਆਲਾ ਰਿਆਸਤ ਵਿੱਚ ਪਿਤਾ ਭਾਈ ਨਰੈਣ ਸਿੰਘ ਤੇ ਮਾਤਾ ਹਰਕੌਰ ਦੇ ਘਰ ਹੋਇਆ। ਆਪ ਜੀ ਦੇ 2 ਛੋਟੇ ਭਰਾ ਤੇ ਇੱਕ ਭੈਣ ਬੀਬੀ ਕਾਨ ਕੌਰ ਸੀ। 5 ਸਾਲ ਦੀ ਨਿੱਕੀ ਉਮਰ ਵਿੱਚ ਹੀ ਪਿਤਾ ਨੇ ਆਪ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ। ਆਪ ਜੀ ਦੇ ਪਿਤਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਪਾਠ ਜ਼ੁਬਾਨੀ ਯਾਦ ਸੀ ਤੇ ਉਹ ਖੁਦ ਹਰ ਮਹੀਨੇ 4 ਪਾਠ ਕਰਿਆ ਕਰਦੇ ਸਨ। ਪਿਤਾ ਦੀ ਸ਼ਖਸੀਅਤ ਦੇ ਪ੍ਰਭਾਵ ਹੇਠ ਗੁਰਬਾਣੀ ਨਾਲ ਪ੍ਰੇਮ ਹੋਣਾ ਸੁਭਾਵਿਕ ਹੀ ਸੀ। ਭਾਈ ਭੂਪ ਸਿੰਘ ਜੀ ਦੇ ਜਥੇ ਤੋਂ ਅੰਮ੍ਰਿਤ ਛਕਿਆ। ਭਾਈ ਗੱਜ ਸਿੰਘ ਤੋਂ ਸੰਗੀਤ ਦੀ ਸਿੱਖਿਆ ਲਈ। ਭਾਈ ਕਾਨ ਸਿੰਘ ਨਾਭਾ ਜੀ ਨੇ ਕਦੇ ਵੀ ਕਿਸੇ ਸਕੂਲ ਜਾਂ ਕਾਲਜ ਵਿੱਚ ਰੈਗੂਲਰ ਪੜ੍ਹਾਈ ਨਹੀਂ ਸੀ ਕੀਤੀ। ਉਹਨਾਂ ਨੇ ਜਿੰਨੀ ਵੀ ਵਿੱਦਿਆ ਹਾਸਲ ਕੀਤੀ ਉਹ ਭਾਈ ਮੌਲਵੀਆਂ ਤੇ ਪੰਡਤਾਂ ਕੋਲੋਂ ਲਈ ਸੀ। ਪਿਤਾ ਜੀ ਨੇ ਪੁੱਤਰ ਦੀਆਂ ਰੁਚੀਆਂ ਨੂੰ ਵੇਖਦਿਆਂ ਫਾਰਸੀ ਭਾਸ਼ਾ ਸਿੱਖਣ ਲਾ ਦਿੱਤਾ ਪਰ ਆਲੇ ਦੁਆਲੇ ਦੇ ਲੋਕਾਂ ਵੱਲੋਂ ਇਤਰਾਜ਼ ਕੀਤੇ ਜਾਣ ਤੋਂ ਬਾਅਦ ਆਪ ਨੂੰ ਹਟਾ ਲਿਆ ਗਿਆ ਤੇ ਫਿਰ ਆਪ ਜੀ ਨੇ ਦਿੱਲੀ ਜਾ ਕੇ ਫਾਰਸੀ ਪੜ੍ਹਨੀ ਤੇ ਲਿਖਣੀ ਸਿੱਖੀ ਤੇ ਕੁਝ ਸਮਾਂ ਲਖਨਊ ਵਿੱਚ ਵੀ ਰਹੇ। 1883 ਵਿੱਚ ਉੱਥੋਂ ਹੀ ਲਾਹੌਰ ਚਲੇ ਗਏ। ਸਿੰਘ ਸਭਾ ਲਹਿਰ ਵਿੱਚ ਵੀ ਆਪ ਜੀ ਨੇ ਅਹਿਮ ਯੋਗਦਾਨ ਪਾਇਆ। ਪ੍ਰੋਫੈਸਰ ਭਾਈ ਗੁਰਮੁਖ ਸਿੰਘ ਜੀ ਕੋਲੋਂ ਅੰਗਰੇਜ਼ੀ ਭਾਸ਼ਾ ਦਾ ਗਿਆਨ ਹਾਸਲ ਕੀਤਾ। ਫਾਰਸੀ, ਹਿੰਦੀ, ਪੰਜਾਬੀ, ਬ੍ਰਜ, ਸੰਸਕ੍ਰਿਤ, ਪਰਸ਼ੀਅਨ ਭਾਸ਼ਾ ਦਾ ਗਿਆਨ ਹਾਸਲ ਕੀਤਾ ਤੇ ਕੁਝ ਸਮੇਂ ਬਾਅਦ ਵਾਪਸ ਨਾਭਾ ਪਰਤ ਆਏ। 1887 ਵਿੱਚ ਨਾਭੇ ਦੇ ਮਹਾਰਾਜਾ ਹੀਰਾ ਸਿੰਘ ਨੇ ਆਪਣੇ ਪੁੱਤਰ ਰਿਪੁਦਮਨ ਸਿੰਘ ਦਾ ਉਸਤਾਦ ਥਾਪ ਦਿੱਤਾ ਜੋ ਥੋੜੇ ਹੀ ਜਿਹੇ ਸਮੇਂ ਵਿੱਚ ਚੰਗਾ ਵਿਦਵਾਨ ਬਣ ਗਿਆ। 1897 ਵਿੱਚ ਮਹਾਰਾਜਾ ਹੀਰਾ ਸਿੰਘ ਨੇ ਆਪਣਾ ਨਿੱਜੀ ਸਕੱਤਰ ਲਾ ਲਿਆ ਤੇ ਉਸ ਤੋਂ ਕੁਝ ਸਮੇਂ ਬਾਅਦ ਹੀ ਮੈਜਿਸਟ੍ਰੇਟ ਡਿਪਟੀ ਕਮਿਸ਼ਨਰ ਲਗਾ ਦਿੱਤਾ ਗਿਆ। ਕਈ ਅਹੁਦਿਆਂ ਤੇ ਕਾਰਜ ਕੀਤੇ। 1902 ਵਿੱਚ ਆਪ ਨਾਭਾ ਦੀ ਰਿਆਸਤ ਦੇ ਵਕੀਲ ਵਜੋਂ ਅੰਗਰੇਜ਼ੀ ਹਕੂਮਤ ਨਾਲ 2 ਮਸਲਿਆਂ ਦੇ ਹੱਲ ਲਈ 3 ਵਾਰ ਲੰਡਨ ਵੀ ਗਏ। ਉਸ ਵਕਤ ਮਹਾਰਾਜਾ ਨਾਭਾ ਦਾ ਪੁੱਤਰ ਰਿਪੁਦਮਨ ਵੀ ਨਾਲ ਸੀ। ਇਹ ਦੋਵੇਂ ਫੈਸਲੇ ਆਪ ਜੀ ਦੀ ਕਾਬਲੀਅਤ ਦੀ ਬਦੌਲਤ ਨਾਭਾ ਰਿਆਸਤ ਦੇ ਪੱਖ ਵਿੱਚ ਹੋਏ। 25 ਦਸੰਬਰ 1911 ਨੂੰ ਮਹਾਰਾਜਾ ਨਾਭਾ ਅਕਾਲ ਚਲਾਣਾ ਕਰ ਗਏ ਤਾਂ ਉਸ ਤੋਂ ਪਹਿਲਾਂ ਹੀ ਉਹ ਆਪ ਜੀ ਨੂੰ ਮੀਰ ਮੁੰਸ਼ੀ ਥਾਪ ਗਏ ਸਨ ਕਿਉਂਕਿ ਉਸ ਵੇਲੇ ਰਿਪੁਦਮਨ ਸਿੰਘ ਲੰਡਨ ਵਿੱਚ ਸੀ। ਜਦੋਂ ਵਾਪਸ ਪਰਤਿਆ ਤਾਂ ਵਿਚਾਰਾਂ ਦੇ ਮੇਲ ਨਾ ਹੋਣ ਕਰਕੇ 1912 ਵਿੱਚ ਨੌਕਰੀ ਛੱਡ ਕਸ਼ਮੀਰ ਚਲੇ ਗਏ ਤੇ ਉੱਥੇ ਸਿੱਖ ਸਾਹਿਤ ਦੇ ਆਧਾਰ ਤੇ ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼ ਲਿਖਿਆ। 1915 ਚ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਨੇ ਆਪ ਜੀ ਨੂੰ ਵਾਪਸ ਬੁਲਾ ਕੇ ਰਾਜਨੀਤਿਕ ਏਜੰਸੀ ਦੀ ਵਕਾਲਤ ਦਾ ਅਹੁਦਾ ਦਿੱਤਾ। 1916 ਚ ਪਿਤਾ ਜੀ ਅਕਾਲ ਚਲਾਣਾ ਕਰ ਗਏ। ਪਿੱਛੋਂ ਮਹਾਰਾਜਾ ਨਾਭਾ ਨੇ ਆਪ ਜੀ ਨੂੰ ਮਨਸੂਰੀ ਚ ਇੱਕ ਵੱਡਾ ਘਰ ਦੇ ਕੇ ਸਾਹਿਤਕ ਕੰਮਾਂ ਤੇ ਆਪਣਾ ਖਾਸ ਵਜ਼ੀਰ ਨਿਯੁਕਤ ਕੀਤਾ। ਮਹਾਰਾਜਾ ਰਿਪੁਦਮਨ ਸਿੰਘ ਦੀ ਜਲਾਵਤਨੀ ਪਿੱਛੋਂ ਹੋਈ ਮੌਤ ਤੋਂ ਬਾਅਦ ਆਪ ਨੇ ਰਿਆਸਤ ਨਾਲੋਂ ਸਾਰੇ ਸਬੰਧ ਖਤਮ ਕਰ ਲਏ ਸਨ। ਆਇਰਲੈਂਡ ਵਿੱਚ ਜਨਮੇ ਮੈਕਾਲਫ IAS ਪਾਸ ਕਰਨ ਤੋਂ ਬਾਅਦ ਇੰਡੀਆ ਤੈਨਾਤ ਹੋਏ ਤੇ ਇੱਥੇ ਪੰਜਾਬ 'ਚ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ। ਇਸੇ ਦੌਰਾਨ ਹੀ ਮਹਾਰਾਜਾ ਤੋਂ ਵਿਸ਼ੇਸ਼ ਆਗਿਆ ਲੈ ਕੇ ਭਾਈ ਕਾਨ ਸਿੰਘ ਜੀ ਤੋਂ ਸਿੱਖ ਇਤਿਹਾਸ ਬਾਰੇ ਪੜ੍ਹਿਆ ਤੇ ਸਿੱਖਿਆ। ਅੰਗਰੇਜ਼ ਅਫਸਰ ਮੈਕਸ ਆਰਥਰ ਮੈਕਾਲਫ ਯਾਨੀ MA ਮੈਕਾਲਫ ਨੇ ਆਪ ਜੀ ਦੇ ਸਹਿਯੋਗ ਨਾਲ 15 ਸਾਲਾਂ ਦੀ ਮਿਹਨਤ ਤੋਂ ਬਾਅਦ ਸਿੱਖ ਧਰਮ ਪੁਸਤਕ ਲੰਡਨ ਤੋਂ ਛਪਵਾਈ ਤੇ ਜਿਸ ਦੇ ਹੱਕ ਉਹਨਾਂ ਸ਼ੁਕਰਾਨੇ ਵਜੋਂ ਹਮੇਸ਼ਾ ਲਈ ਆਪ ਜੀ ਭਾਵ ਕਾਨ ਸਿੰਘ ਨਾਭਾ ਜੀ ਨੂੰ ਲਿਖ ਦਿੱਤੇ ਸਨ। ਮੈਕਾਲਫ ਦੀ ਇਹ ਦਿਲੀ ਇੱਛਾ ਸੀ ਕਿ ਭਾਈ ਕਾਨ ਸਿੰਘ ਜੀ ਲੰਡਨ ਵਿੱਚ ਹੀ ਰਹਿ ਕੇ ਸਿੱਖ ਧਰਮ ਤੇ ਹੋਰ ਖੋਜ ਕਰਨ ਤੇ ਇਸ ਲਈ ਮੈਕਾਲਫ ਨੇ ਉੱਥੇ ਆਪਣੇ 2 ਘਰਾਂ ਵਿੱਚੋਂ ਇੱਕ ਮਕਾਨ ਉਹਨਾਂ ਨੂੰ ਦੇਣਾ ਚਾਹਿਆ
ਪਰ ਉਹਨਾਂ ਸਾਫ਼ ਇਨਕਾਰ ਕਰ ਦਿੱਤਾ। ਅੰਗਰੇਜ਼ ਆਪ ਜੀ ਦਾ ਬਹੁਤ ਸਤਿਕਾਰ ਕਰਦਾ ਸੀ ਤੇ ਆਪ ਜੀ ਨੂੰ ਸਰਦਾਰ ਬਹਾਦਰ ਕਹਿ ਕੇ ਸਤਿਕਾਰਿਆ ਜਾਂਦਾ ਸੀ। ਭਾਈ ਕਾਨ ਸਿੰਘ ਨਾਭਾ ਜੀ ਦੀ ਪਹਿਲੀ ਪੁਸਤਕ ਰਾਜ ਧਰਮ ਸੀ। ਉਸ ਤੋਂ ਪਿੱਛੋਂ ਹਮ ਹਿੰਦੂ ਨਹੀਂ ਪਹਿਲੀ ਵਾਰ 1898 ਚ ਪ੍ਰਕਾਸ਼ਿਤ ਹੋਈ। ਭਾਈ ਕਾਨ ਸਿੰਘ ਜੀ ਨੇ ਸਿੱਖਾਂ ਦੀ ਵੱਖਰੀ ਪਛਾਣ ਉੱਤੇ ਜ਼ੋਰ ਦਿੱਤਾ। ਪਹਿਲਾਂ ਇਹ ਹਿੰਦੀ ਵਿੱਚ ਪ੍ਰਕਾਸ਼ਿਤ ਹੋਈ ਸੀ, ਜਿਸ ਦਾ ਬਾਅਦ ਵਿੱਚ ਪੰਜਾਬੀ ਚ ਅਨੁਵਾਦ ਕੀਤਾ ਗਿਆ। ਗੁਰਮਤਿ ਪ੍ਰਭਾਕਰ, ਗੁਰਮਤਿ ਸੁਧਾਕਰ, ਉਦਾਸ ਪਰਮਾਰਥ, ਗੁਰੂ ਚੰਦ ਦਿਵਾਕਰ, ਗੁਰੂ ਸ਼ਬਦ ਅਲੰਕਾਰ, ਰੂਪਦੀਪ ਪਿੰਗਲ ਲਿਖਿਆ। ਪਹਾੜ ਯਾਤਰਾ, ਵਿਲਾਇਤ ਯਾਤਰਾ ਸਮੇਤ ਕੋਈ 30 ਦੇ ਕਰੀਬ ਕਿਤਾਬਾਂ ਲਿਖੀਆਂ। ਭਾਈ ਕਾਨ ਸਿੰਘ ਜੀ ਦੀਆਂ ਮਹਾਨ ਕਿਤਾਬਾਂ ਵਿੱਚੋਂ ਇੱਕ 1912 ਤੋਂ ਸ਼ੁਰੂ ਹੋਇਆ ਤੇ ਲਗਭਗ 14 ਸਾਲਾਂ ਦੀ ਮਿਹਨਤ ਨਾਲ 1926 'ਚ ਇਹ ਸਫ਼ਰ ਪੂਰਾ ਹੋਇਆ ਤੇ 1930 ਵਿੱਚ ਪਟਿਆਲਾ ਦਰਬਾਰ ਵੱਲੋਂ 51,000 ਰੁਪਏ ਖਰਚ ਕਰਕੇ 3,338 ਸਫ਼ਿਆਂ ਦਾ 4 ਜਲਦਾਂ ਵਿੱਚ ਛਪਵਾਇਆ ਗਿਆ ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼, ਜਿਸ ਨੂੰ ਸਿੱਖ ਸਾਹਿਤ ਦਾ ਐਨਸਾਈਕਲੋਪੀਡੀਆ ਵੀ ਆਖਿਆ ਜਾਂਦਾ ਹੈ, ਅੱਜ ਵੀ ਸਿੱਖ ਧਰਮ ਅਤੇ ਵਿਸ਼ਵਾਸਾਂ ਅਤੇ ਪੰਜਾਬੀ ਸੱਭਿਆਚਾਰ ਉੱਤੇ ਖੋਜ ਲਈ ਸਭ ਤੋਂ ਭਰੋਸੇਮੰਦ ਹਵਾਲਾ ਸਮੱਗਰੀ ਵਜੋਂ ਕੰਮ ਕਰਦਾ ਹੈ। ਪਰਿਵਾਰਕ ਜੀਵਨ ਦੀ ਗੱਲ ਕਰੀਏ ਤੇ ਆਪ ਜੀ ਦਾ ਪਹਿਲਾ ਵਿਆਹ ਹੋਇਆ ਤੇ ਛੇਤੀ ਹੀ ਪਤਨੀ ਦੀ ਮੌਤ ਹੋ ਗਈ। ਫਿਰ ਦੂਜਾ ਵਿਆਹ ਹੋਇਆ ਤੇ ਉਹ 1 ਵਰ੍ਹੇ ਤੋਂ ਵੱਧ ਨਾ ਜੀ ਸਕੇ ਤੇ ਫਿਰ ਤੀਜਾ ਵਿਆਹ ਹੋਇਆ ਤੇ ਘਰ 'ਚ ਇੱਕ ਪੁੱਤਰ ਭਗਵੰਤ ਸਿੰਘ ਹਰੀ ਦਾ ਜਨਮ ਹੋਇਆ। ਆਪ ਜੀ ਦੇ ਗੁਰਬਾਣੀ ਦੀ ਖੋਜ ਦੀ ਇੱਛਾ ਇੰਨੀ ਪ੍ਰਬਲ ਸੀ ਕਿ ਇਸ ਨਾਲ ਜੁੜੀ ਹੋਈ ਘਟਨਾ ਦਾ ਜ਼ਿਕਰ ਮਿਲਦਾ ਹੈ। ਜਦੋਂ ਆਪ ਜੀ ਦੇ ਪੁੱਤਰ ਭਗਵੰਤ ਸਿੰਘ ਹਰੀ ਦੀ ਬਰਾਤ ਤੁਰਨ ਲੱਗੀ ਤਾਂ ਇੱਕ ਸਿੰਘ ਨੇ ਆ ਕੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਸ ਰੂਪ ਬਾਰੇ ਤੁਸੀਂ ਖੋਜ ਕਰ ਰਹੇ ਹੋ ਉਹ ਇਸ ਵੇਲੇ ਲਾਹੌਰ ਵਿੱਚ ਹੈ, ਤੁਸੀਂ ਦੇਖਣੀ ਹੈ। ਤਾਂ ਭਾਈ ਸਾਹਿਬ ਛੇਤੀ ਨਾਲ ਹੀ ਆਪਣੀ ਪਤਨੀ ਕੋਲ ਗਏ ਤੇ ਆਖਿਆ ਕਿ ਮੈਂ ਹੁਣੇ ਹੀ ਆਇਆ ਤੇ ਪਿਛਲੇ ਦਰਵਾਜ਼ੇ ਵਿੱਚੋਂ ਉਹ ਉਸ ਨਾਲ ਲਾਹੌਰ ਚਲੇ ਗਏ ਤੇ ਜਦੋਂ ਤੱਕ ਵਾਪਸ ਆਏ ਤੇ ਡੋਲੀ ਵਾਪਸ ਆ ਚੁੱਕੀ ਸੀ। ਇਹ ਸੀ ਖੋਜ ਦਾ ਜਨੂਨ। ਛੋਟੇ ਭਰਾਵਾਂ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਜੀ ਅੱਜ ਦੇ ਦਿਨ 1938 ਵਿੱਚ 77 ਸਾਲ ਦੀ ਉਮਰ ਵਿੱਚ ਇਸ ਸੰਸਾਰ ਤੋਂ ਰੁਖਸਤ ਹੋ ਗਏ। ਭਾਈ ਕਾਨ ਸਿੰਘ ਜੀ ਦੇ ਜੀਵਨ ਨਾਲ ਜੁੜੀਆਂ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੇ ਜਿਸ ਲਈ ਫਿਰ ਮੌਕਾ ਮਿਲਿਆ ਤਾਂ ਜ਼ਰੂਰ ਸਾਂਝੀਆਂ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਰਾਹੀਂ ਮਹਾਨ ਵਿਦਵਾਨ ਭਾਈ ਕਾਨ ਸਿੰਘ ਨਾਭਾ ਜੀ ਨੂੰ ਇੱਕ ਵਾਰ ਫਿਰ ਸਤਿਕਾਰ ਨਾਲ PNTV ਦੀ ਪੂਰੀ ਟੀਮ ਕਰਦੀ ਹੈ ਸਤਿਕਾਰ ਭੇਂਟ।